खेती ਆਰਡੀਨੈਂਸ ਦੇ ਵਿੱਚ ਸਰਕਾਰ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਦੇਸ਼ ਇੱਕ ਮੰਡੀ ਬਣਾ ਦਿੱਤੀ ਜਾਵੇਗੀ ਜਿਸ ਦੇ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਕਿਸਾਨ ਕਿਤੇ ਵੀ ਫਸਲ ਆਪਣੀ ਵੇਚ ਸਕਦਾ ਹੈ ਅਤੇ ਪ੍ਰਾਈਵੇਟ ਕੰਪਨੀਆਂ ਸਿੱਧੀ ਹੀ ਉਹਨਾਂ ਦੀ ਫਸਲ ਖਰੀਦ ਸਕਦੇ ਨੇ। ਪਰ ਇਸ ਸਭ ਦੇ ਵਿੱਚ ਕਿਸਾਨ ਅਤੇ ਆੜਤੀਏ ਦਾ ਰਿਸ਼ਤਾ ਬਹੁਤ ਗੂੜਾ ਹੁੰਦਾ ਆ। ਪਿਛਲੇ ਲੰਬੇ ਸਮੇਂ ਤੋਂ ਕਿਸਾਨ ਆੜਤੀਏ ਦੇ ਦੁਆਰਾ ਹੀ ਆਪਣੀ ਫਸਲ ਵੇਚਦਾ ਹੈ। ਪਰ ਆੜਤੀਏ ਦਾ ਰੋਲ ਕੀ ਹੋਵੇਗਾ ਇਸ ਖੇਤੀ ਆਰਡੀਨੈਂਸ ਤੋਂ ਬਾਅਦ, ਕਿਉਂਕਿ ਇਸ ਵੱਡੇ ਇੱਕ ਬਿੱਲ ਦੇ ਨਾਲ ਆੜਤੀਏ ਨੂੰ ਵੀ ਬਹੁਤ ਵੱਡਾ ਨੁਕਸਾਨ ਹੋਵੇਗਾ। ਮੇਰੇ ਨਾਲ ਜਲੰਧਰ ਸ਼ਹਿਰ ਦੇ ਵੱਡੇ ਆੜਤੀਏ ਜਗਜੀਤ ਸਿੰਘ ਹੋਣੀ ਬੈਠੇ ਨੇ। ਇਹਨਾਂ ਨੇ ਪਿਛਲੇ 50 ਸਾਲਾਂ ਤੋਂ ਇਸ ਜਲੰਧਰ ਦੇ ਵਿੱਚ ਆੜਤੀ ਦਾ ਕੰਮ ਕਰ ਰਹੇ ਨੇ। ਤਾਂ ਹੁਣ ਸਰਕਾਰ ਦਾਅਵਾ ਕਰ ਰਹੀ ਹੈ ਕਿ ਆੜਤੀਆ ਸਿਸਟਮ ਹੀ ਖਤਮ ਕਰ ਦਿੱਤਾ ਜਾਊਗਾ। ਇਹ ਆੜਤੀਆ ਦਾ ਕੀ ਕੰਮ ਰਹੂਗਾ, ਸਾਰੀ ਗੱਲਬਾਤ ਜਾਣਦੇ ਹਾਂ। ਸਰਦਾਰ ਸਾਹਿਬ, ਸਰਕਾਰ ਕਹਿੰਦੀ ਹੈ ਕਿ ਅਸੀਂ ਫਸਲ ਜਿਹੜੀ ਹੈ ਕਿਸਾਨਾਂ ਤੋਂ ਸਿੱਧੀ ਖਰੀਦ ਲਾਂਗੇ, ਪ੍ਰਾਈਵੇਟ ਕੰਪਨੀਆਂ ਖਰੀਦ ਲੈਣਗੀਆਂ। ਤੁਹਾਡਾ ਰੋਲ ਕੀ ਰਹੂਗਾ ਫਿਰ? ਰੋਲ ਤਾਂ ਇਸ ਤਰ੍ਹਾਂ ਦੇਖੋ, ਜੋ ਮੋਦੀ ਸਾਹਿਬ ਕਹਿ ਰਹੇ ਟੀਵੀ ਤੇ, ਜਿਸ ਤਰ੍ਹਾਂ ਵੀ ਕਿਸਾਨ ਫਸਲ ਕਿਧਰੇ ਵੀ ਵੇਚ ਸਕਦਾ ਹੈ, ਤੇ ਸਾਡਾ ਮਕਸਦ ਹੈ ਵਿਚੋਲੀਏ ਖਤਮ ਕਰਨੇ। ਵਿਚੋਲੀਏ ਤੇ ਫਿਰ ਆੜਤੀ ਹੈਗੇ ਨਾ, ਤੇ ਜੇ ਸਾਨੂੰ ਖਤਮ ਕਰਾਂਗੇ ਤੇ ਅਸੀਂ ਕਿੱਥੇ ਜਾਵਾਂਗੇ ਤੇ ਕੀ ਕਾਰੋਬਾਰ ਕਰਾਂਗੇ? ਸਾਡਾ ਕਰੋੜਾਂ ਰੁਪਈਆ ਜ਼ਿਮੀਂਦਾਰਾਂ ਨੂੰ ਵੰਡਿਆ ਜਿਹੜਾ, ਉਹ ਸਾਨੂੰ ਕਿਸੇ ਨੇ ਮੋੜਨਾ ਨਹੀਂ। ਫਿਰ ਨਾ ਅਸੀਂ ਲੈਣ ਜੋ, ਜਾਂ ਜ਼ਿਮੀਂਦਾਰ ਨੇ ਫਸਲ ਲਿਆਣੀ ਨਹੀਂ ਤਾਂ ਪੈਸਾ ਕੌਣ ਸਾਨੂੰ ਮੋੜੂਗਾ? ਠੀਕ ਹੈ ਨਾ। ਅੱਗੋਂ ਸਾਡਾ ਫਿਊਚਰ ਕੀ ਹੋਊਗਾ ਇਹ ਵੀ ਨਹੀਂ ਪਤਾ। ਮੈਨੂੰ ਇੱਥੇ 50 ਸਾਲ ਹੋ ਗਏ ਮੰਡੀ 'ਚ। ਠੀਕ ਹੈ ਜੀ, 50 ਸਾਲ 'ਚ ਅਸੀਂ ਇਹ ਸਾਲ 2 ਸਾਲ ਤੋਂ ਅਸੀਂ ਮਤਲਬ ਕਿ ਦੇਖ ਰਹੇ ਹਾਂ ਇਹ ਹਾਲਾਤ ਖਰਾਬ ਹੀ ਹੋ ਰਹੇ ਆ। ਠੀਕ ਹੈ। MSP ਜਿਹੜੀ ਮੱਕੀ ਦੀ 1800 ਰੁਪਏ ਤੇ ਮੱਕੀ 1200 ਰੁਪਏ ਦੀ ਨਹੀਂ ਵਿਕਦੀ ਹੈ। ਸਰਕਾਰ ਕਹਿੰਦੀ ਅਸੀਂ MSP ਲਾਗੂ ਰਹੇਗੀ, ਉਹਦੀ ਕੀ ਗਰੰਟੀ ਹੈ? ਕੌਣ ਲਊਗਾ MSP ਤੇ? ਜਦੋਂ ਕੋਈ ਤੁਸੀਂ ਸਰਦਾਰ ਸਾਹਿਬ ਬਹੁਤ ਵਧੀਆ ਗੱਲ ਕੀਤੀ, ਮੱਕੀ ਦੀ ਗੱਲ ਕੀਤੀ ਹੈ। ਮੈਂ ਮੱਕੀ ਦਾ ਸਵਾਲ ਤੁਹਾਨੂੰ ਕਰਨਾ ਵੀ ਸੀਗਾ ਕਿ ਹੁਣ ਮੱਕੀ ਦੇ ਉੱਤੇ ਵੀ ਤਾਂ MSP ਹੈਗੀ ਆ, 1850 ਰੁਪਏ MSP ਆ, ਤੇ ਇੱਥੇ 1200 ਰੁਪਏ ਨੂੰ ਵਿਕਦੀ ਪਈ ਹੈ। ਮੱਕੀ ਵਿਕਦੀ ਹੈ ਇੱਥੇ ਮੰਡੀ 'ਚ, ਤੇ 1200 ਰੁਪਏ 'ਚ ਵੀ ਗਾਹਕ ਹੈ ਨਹੀਂ ਇਸ ਵੇਲੇ। ਜ਼ਿਮੀਂਦਾਰ ਪਰੇਸ਼ਾਨ ਨੇ। ਦੂਸਰੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਹੁਣ ਝੋਨਾ ਲੱਗਾ ਐਤਕੀ, ਜਾਂ ਤੇ ਗੌਰਮੈਂਟ ਉਹਦਾ ਬੀਜ ਬੰਦ ਕਰ ਦਿੰਦੀ 26 ਝੋਨੇ ਦਾ। ਹੁਣ ਸ਼ੈਲਰ ਵਾਲਿਆਂ ਨੂੰ ਅਸੀਂ ਅੱਜ ਮੇਰੇ ਝੋਨਾ ਆਇਆ, ਕਿਉਂਕਿ ਜਿਹੜਾ ਪਾਕੀ ਦਾ ਜ਼ਿਮੀਂਦਾਰ ਨੇ ਲਿਆਣਾ ਹੀ ਹੈ, ਉਹ ਹੁਣ ਕਹਿੰਦੇ ਜੀ ਜਿਹੜਾ ਝੋਨਾ 26 ਅਸੀਂ 1600 ਰੁਪਏ ਵਿਕਣਾ ਐਤਕੀ, ਤੇ MSP ਕਿੱਥੇ ਗਈ? ਫਿਰ ਉਹ MSP ਤਾਂ ਪਹਿਲੇ ਸਾਲ ਹੀ ਖਤਮ ਕਰਤੀ, ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਕੀ। ਹੁਣੇ ਕਹਿੰਦੇ 1600 ਤੋਂ ਉੱਤੇ ਝੋਨਾ ਨਹੀਂ ਵਿਕਣਾ। MSP ਜਿਹੜੀ ਉਹ ਭਾਵੇਂ ਜੋ ਮਰਜ਼ੀ ਹੋਵੇ, ਝੋਨਾ 26 ਦੀ ਜੀਲਡ ਘੱਟ ਹੈ, ਉਹਦਾ ਟੋਟਾ ਹੁੰਦਾ। ਮੈਂ ਕਿਹਾ ਪਿਆ ਅੱਗੇ ਤੋਂ ਅਸੀਂ ਇੰਨੇ ਸਾਲ ਤੋਂ 26 ਵੇਚਨੇ, ਜਾਂ ਤੇ ਗੌਰਮੈਂਟ ਨੂੰ ਚਾਹੀਦਾ ਉਹ ਬੀਜ ਬੰਦ ਕਰ ਦੇਵੇ। ਹੁਣ ਜਿਹੜਾ ਪੂਸਾ ਕਹਿੰਦੇ ਐਤਕੀ ਨਹੀਂ ਲੱਗਣਾ, ਬੀਜ ਬੰਦ ਕਰਤਾ। ਠੀਕ ਹੈ, ਅਸੀਂ ਕਹਿੰਦੇ ਬਹੁਤ ਅੱਛਾ ਕੀਤਾ, ਨਹੀਂ ਲੱਗੂਗਾ ਬੀਜ ਬੰਦ ਕਰ ਦਿਓ। ਜਦ ਪਿਛਲੇ ਸਾਲ ਬੀਜ ਲੱਗਾ ਹੈਗਾ ਜ਼ਿਮੀਂਦਾਰਾਂ ਨੇ, ਹੁਣ 26 ਝੋਨਾ ਲਿਆ ਜ਼ਿਮੀਂਦਾਰ ਮੇਰੇ ਕੋਲ ਬੈਠਾ। ਠੀਕ ਹੈ ਜੀ। ਇਹਨੂੰ ਹੁਣ ਜੇ MSP 1888 ਰੁਪਏ ਗੌਰਮੈਂਟ ਨੇ ਕੱਢੀ, ਤੇ ਇਹ 1600 ਰੁਪਏ ਕਿੱਦਾਂ ਵੇਚ ਲੂਗਾ? ਠੀਕ ਹੈ ਨਾ। ਹੁਣ ਵੱਡਾ ਨੁਕਸਾਨ ਤਾਂ ਇਹੀ ਨਾ, ਕਿਸਾਨ ਪ੍ਰਦਰਸ਼ਨ ਇਸੇ ਕਰਕੇ ਕਰ ਰਹੇ ਆ। ਅਗਰ ਆੜਤੀ, ਚਲੋ ਅਸੀਂ ਮਤਲਬ ਆੜਤੀ ਹੈਗੇ ਆ, ਅਸੀਂ ਇਹਦਾ ਝੋਨਾ ਜਿੱਦਾਂ ਵੀ ਹੈ ਮਤਲਬ ਵੇਚਾਂਗੇ, ਉਹਨੂੰ ਭਾਵੇਂ ਮਿਕਸ ਕਰਕੇ ਵੇਚੀਏ, ਦੜਾ ਕਰਕੇ ਵੇਚੀਏ ਉਹਦਾ। ਪਰ ਜਦੋਂ ਡਾਇਰੈਕਟ ਖਰੀਦ ਹੋ ਗਈ, ਜਿੱਥੇ ਮਰਜ਼ੀ ਵੇਚੇ, ਕਿਸੇ ਨੇ ਨਹੀਂ ਲੈਣਾ। ਸ਼ੈਲਰ ਵਾਲੇ ਅੱਜ ਹੀ ਕਹਿਣ ਲੱਗ ਪਿਆ ਅਸੀਂ 1600 ਤੋਂ ਉੱਤੇ ਲੈਣਾ ਹੀ ਨਹੀਂ ਝੋਨਾ, ਜਿਹੜਾ 26 ਝੋਨਾ ਨਹੀਂ ਲੈਣਾ। ਇਹ ਬਹੁਤ ਵੱਡੀ ਐਗਜ਼ਾਮਪਲ ਆ ਕਿ ਹੁਣ ਤੋਂ ਹੀ ਰੇਟ ਜਿਹੜੇ ਆ 200-250 ਰੁਪਏ ਦੇ ਕਰੀਬ ਮੈਨੂੰ ਲੱਗਦਾ ਕਿ ਰੇਟ ਘਟ ਗਿਆ। ਮੈਂ ਸਵੇਰੇ ਫੋਨ ਕੀਤਾ ਸੀ, ਮੈਂ ਕਿਹਾ ਜੀ ਮੇਰੇ ਝੋਨਾ ਆਇਆ 26, ਉਹਦਾ ਬਾਰਦਾਨਾ ਤੁਸੀਂ ਦਿਓਗੇ? ਕਹਿੰਦੇ ਜੀ ਬਾਰਦਾਨੇ ਦਾ ਸਾਨੂੰ ਹਲੇ ਕੁਝ ਨਹੀਂ ਪਤਾ, ਗੌਰਮੈਂਟ ਦੀ ਕੀ ਪਾਲਿਸੀ ਹੈ, ਕਿਉਂਕਿ ਸਾਨੂੰ ਪਿਛਲੇ ਸਾਲ ਦਾ ਜਿਹੜਾ ਬਾਰਦਾਨਾ 7 ਰੁਪਏ ਬੋਰੀ ਦੇ ਹਿਸਾਬ ਨਾਲ ਸਾਨੂੰ ਨਹੀਂ ਮਿਲਿਆ, ਜੇ ਘੱਟ ਮਿਲਿਆ, ਤੇ ਅਸੀਂ ਬਾਰਦਾਨਾ ਨਹੀਂ ਦੇਣਾ ਜਿੰਨੇ ਚਿਰ ਗੌਰਮੈਂਟ ਦਾ ਕੋਈ ਖਰੀਦ ਦਾ ਫੈਸਲਾ ਨਹੀਂ ਹੁੰਦਾ ਅਜੇ ਤੱਕ। ਠੀਕ ਆ, ਅਸੀਂ ਆਪਣੇ ਕੋਲੋਂ ਮੁੱਲ ਲੈ ਕੇ ਜ਼ਿਮੀਂਦਾਰ ਦਾ ਮਾਲ ਭਰਨ ਲੱਗੇ ਆ, ਆਪਣੇ ਕੋਲੋਂ ਲਾ ਕੇ। ਆੜਤੀਆ ਵੀ ਡਰਿਆ ਬੈਠਾ ਵਾ। ਦੇਖੋ ਹੁਣ ਜ਼ਿਮੀਂਦਾਰ ਦਾ ਕੋਈ ਕਸੂਰ ਨਹੀਂ, ਇਹਦਾ ਮਾਲ ਆਇਆ, ਅਸੀਂ ਤੇ ਆਪਣੇ ਕੋਲੋਂ ਬਾਰਦਾਨਾ ਖਰੀਦ ਕੇ ਭਰਾਂਗੇ, ਇਹ ਤੇ ਆਪਣੇ ਪੈਸੇ ਲੈ ਕੇ ਚਲਾ ਜਾਏਗਾ। ਬਾਰਦਾਨਾ ਸਾਡੇ ਪੱਲੇ ਪੈ ਗਿਆ ਨਾ ਬਾਅਦ ਚ। ਤੇ ਜਦੋਂ ਮਤਲਬ ਕਿ ਸ਼ੈਲਰ ਵਾਲਾ ਅੱਗੇ ਸਾਨੂੰ ਬਾਰਦਾਨਾ ਦਿੰਦੇ ਸੀ ਵੀ ਸਾਜੀ ਲੈ ਜਾਓ 5-10 ਹਜ਼ਾਰ ਬੋਰੀ ਤੇ ਮਾਲ ਭਰ ਦਿਓ, ਅਸੀਂ ਚੁੱਕ ਲਾਂਗੇ, ਕਿਉਂਕਿ ਪੁਰਾਣਾ ਬਾਰਦਾਨਾ ਦੇਣਾ ਪੈਂਦਾ ਉਹਨੂੰ। ਐਤਕੀ ਕੋਈ ਸ਼ੈਲਰ ਵਾਲਾ ਬਾਰਦਾਨਾ ਨਹੀਂ ਦੇ ਰਿਹਾ, ਕਿਉਂਕਿ ਉਹ ਵੀ ਡਰੇ ਹੋਏ ਨੇ ਕਿ ਪਤਾ ਨਹੀਂ ਪਾਲਿਸੀ ਕੀ ਹੈ ਗੌਰਮੈਂਟ ਦੀ, ਜ਼ਿਮੀਂਦਾਰ ਦਾ ਮਾਲ ਮੰਡੀਆਂ 'ਚ ਵਿਕਣਾ ਕਿ ਨਹੀਂ ਵਿਕਣਾ। ਸਾਨੂੰ ਮਤਲਬ ਕਿ ਜਦੋਂ ਮੋਦੀ ਸਾਹਿਬ ਨੇ ਕਿਹਾ ਨਾ ਵੀ ਵਿਚੋਲੀਏ ਕੱਢ ਦੇਣੇ, ਉੱਥੋਂ ਸਾਨੂੰ ਖਤਰਾ ਲੱਗਦਾ ਵੀ ਇਹ ਵਿਚੋਲੀਏ ਤੇ ਅਸੀਂ ਆ। ਅੱਛਾ ਜੀ, ਲੋਕ ਸਭਾ ਦੇ ਵਿੱਚ ਤਾਂ ਹੁਣ ਬਿੱਲ ਪਾਸ ਹੋ ਗਿਆ ਹੈ, ਰਾਜ ਸਭਾ ਜਾਣਾ, ਰਾਸ਼ਟਰਪਤੀ ਦੀ ਮੋਹਰ ਲੱਗਣੀ ਬਾਕੀ ਹੈ ਬਸ। ਤੇ ਜੇ ਇਹ ਬਿੱਲ ਕਾਨੂੰਨ ਦੇ ਵਿੱਚ ਤਬਦੀਲ ਹੋ ਜਾਂਦਾ ਆ ਤਾਂ ਆੜਤੀ ਸਿਸਟਮ ਖਤਮ ਹੋ ਜਾਊਗਾ, ਤੇ ਫਿਰ ਕੀ ਕਰੋਗੇ ਤੁਸੀਂ? ਦੇਖੋ ਜੇ ਸਾਨੂੰ ਵੀ ਨੁਕਸਾਨ ਹੈ, ਗੌਰਮੈਂਟ ਨੂੰ ਵੀ ਨੁਕਸਾਨ ਹੈ। ਗੌਰਮੈਂਟ ਨੂੰ ਜਿਹੜਾ 2% ਜਾਂ 3% RDF ਆਉਂਦਾ, ਰੂਰਲ ਡਿਵੈਲਪਮੈਂਟ ਫੰਡ, ਉਹ ਗੌਰਮੈਂਟ ਨੂੰ ਕਿੱਥੋਂ ਮਿਲੂਗਾ? ਮੰਡੀਆਂ 'ਚ ਮਾਲ ਹੋਊਗਾ ਵਿਕਦਾ, ਸਰਕਾਰ ਨੂੰ ਵੀ ਆਮਦਨ ਹੈਗੀ ਕਰੋੜਾਂ ਰੁਪਏ ਦੀ। ਉਹ ਤਾਂ ਪ੍ਰਾਈਵੇਟ ਕੰਪਨੀਆਂ ਤੋਂ ਲੈ ਲੈਣਗੇ ਸਰਕਾਰ। ਨਹੀਂ, ਪ੍ਰਾਈਵੇਟ ਕੰਪਨੀ ਤੋਂ ਕਿੱਥੋਂ ਲੈ ਲੈਣਗੇ? ਮੈਂ ਕਹਿੰਦਾ ਜੀ
ਜ਼ਿਮੀਦਾਰ ਜਾ ਕੇ ਚੱਕੀ ਤੇ ਮਾਲ ਵੇਚ ਆਉਂਦਾ, ਸ਼ੈਲਰ ਤੇ ਡਾਇਰੈਕਟ ਜਾ ਕੇ ਟਰਾਲੀ ਲਾ ਜਾਂਦਾ ਹੈ। ਉੱਥੇ ਕਿਹੜਾ ਜੇ ਫਾਰਮ ਕੱਟ ਹੋਣਾ, ਉਹਨੇ ਮਾਲ ਲਵਾ ਲਿਆ 2 ਨੰਬਰ ਦਾ। ਉਹ ਮੋਦੀ ਸਾਹਿਬ ਕਹਿੰਦੇ 2 ਨੰਬਰ ਦਾ ਕੰਮ ਬੰਦ ਕਰਨਾ, 2 ਨੰਬਰ ਦਾ ਕੰਮ ਤਾਂ ਦੁੱਗਣਾ ਹੋ ਜਾਣਾ ਅੱਗੇ ਨਾਲੋਂ। ਆਹ ਜ਼ਿਮੀਦਾਰ ਜਾ ਕੇ ਸ਼ੈਲਰ ਤੇ ਮਾਲ ਟਰਾਲੀ ਲਿਜਾ ਕੇ ਵੇਚ ਆਉਂਦਾ, ਉਹਨੇ ਇਹਨੂੰ ਪੈਸੇ ਦੇਣੇ, ਲੈ ਵੀ ਚੁੱਕ ਪੈਸੇ ਆਪਣੇ, ਠੀਕ ਹੈ। ਤੇ ਉਹ 2 ਨੰਬਰ 'ਚ ਵਿਕ ਗਿਆ, ਬਲੈਕ ਮਨੀ ਆਪੇ ਵਧਣੀ ਹੈ, ਠੀਕ ਹੈ ਨਾ। ਇਹ ਤੇ ਮੰਡੀਆਂ 'ਚ ਮਾਲ ਆਉਂਦਾ, ਉਹਦਾ ਜੇ ਫਾਰਮ ਕੱਟ ਹੁੰਦਾ, ਸਰਕਾਰ ਨੂੰ ਉਹਦੀ ਆਮਦਨ ਆ, ਉਹਦੀ ਫੀਸ ਜਾਂਦੀ ਮਾਰਕੀਟ ਕਮੇਟੀ ਦੀ, ਉਹਦੀ RDF ਜਾਂਦਾ, ਜਿਹੜੇ ਪਿੰਡਾਂ ਦੀਆਂ ਸੜਕਾਂ ਬਣਦੀਆਂ ਮਾਰਕੀਟ ਕਮੇਟੀ ਬਣਾਉਂਦੀ ਹੈ, ਉਹ ਸਾਰਾ ਕੁਝ ਕਮੇਟੀਆਂ ਫਿਰ ਭੰਗ ਹੋ ਜਾਣੀਆਂ ਸਾਹਮਣੇ। ਇਹ ਸਰਦਾਰ ਸਾਹਿਬ ਤੁਹਾਡਾ ਬੜਾ ਲੰਬਾ ਤਜਰਬਾ ਹੈ ਇਸ ਕੰਮ ਦੇ ਵਿੱਚ, ਜੇ ਇਹ ਸਭ ਕੁਝ ਖਤਮ ਕਰ ਦਿੰਦੇ ਆ, ਆੜਤੀ ਸਿਸਟਮ ਖਤਮ ਕਰ ਦਿੰਦੇ ਆ, ਤੇ ਕਿਸਾਨ ਕਿਹੜੇ ਹਿਸਾਬ ਨਾਲ ਫਸਲ ਵੇਚੂਗਾ? ਕੀ ਉਹ ਸ਼ੈਲਰਾਂ ਤੇ ਜਾਊਗਾ, ਕੀ ਉਹ ਮੰਡੀ ਦੇ ਵਿੱਚ ਇੱਥੇ ਆਊਗਾ, ਕਿ ਜਾਂ ਜਿਹੜੇ ਪ੍ਰਾਈਵੇਟ ਕੰਪਨੀ ਉਹਨਾਂ ਦੇ ਘਰਾਂ 'ਚ ਜਾਣਗੀਆਂ? ਪ੍ਰੋਬਲਮ ਇਹ ਹੈ ਜੀ, ਜ਼ਿਮੀਦਾਰ ਚਲੋ ਮੈਂ ਕਹਿੰਦਾ ਮੰਨ ਲਓ ਵੇਚ ਵੀ ਲੈਂਦਾ, ਤੇ ਜ਼ਿਮੀਦਾਰ ਕਿੱਥੇ ਸੁਕਾਊਗਾ ਮਾਲ? ਮੰਡੀਆਂ 'ਚ ਅਸੀਂ ਸੁਕਾ ਦਿੰਦੇ ਆ, ਉਹਦਾ ਮੌਸਚਰ 17 ਪਾਸ ਹੈ ਗਵਰਨਮੈਂਟ ਦਾ, ਅਸੀਂ ਉਹਨੂੰ ਸੁਕਾ ਕੇ 17 ਮੌਸਚਰ ਮਸ਼ੀਨ ਨਾਲ ਚੈੱਕ ਕਰਕੇ ਤੇ ਬਾਰ ਦੇ ਨਾਲ ਭਰ ਕੇ ਤੇ ਸ਼ੈਲਰ ਵਾਲੇ 'ਚ ਕਰਨੇ ਆ। ਜ਼ਿਮੀਦਾਰ ਦਾ ਹੁਣ ਮਾਲ ਗਿੱਲਾ, ਉਹ ਕਿੱਥੇ ਸੁਕਾਊਗਾ? ਕਿ ਇਹਨਾਂ ਕੋਲ ਇੰਨੀ ਹੈ ਨਹੀਂ ਹੈ। ਜਦ ਸਾਨੂੰ ਵਿਚੋਲੀਆਂ ਨੂੰ ਕੱਢ ਹੀ ਦੇਣਾ ਤੇ ਫਿਰ ਉਹ ਕੀ ਬਣੂਗਾ? ਮਾਲ ਤੇ ਮੰਡੀਆਂ 'ਚ ਹੀ ਵਿਕਣਾ ਚਾਹੀਦਾ। ਮੰਡੀਆਂ ਦੇ ਵਿੱਚ ਆੜਤੀਆਂ, ਹੁਣ ਜ਼ਿਮੀਦਾਰ ਨੂੰ ਕੋਈ ਜ਼ਿਮੀਦਾਰ ਬਿਮਾਰ ਹੈ, ਆੜਤੀ ਕੋ ਆਉਂਦਾ ਅੱਧੀ ਰਾਤ ਨੂੰ, ਸਰਦਾਰ ਜੀ ਮੈਨੂੰ 50,000 ਰੁਪਏ ਚਾਹੀਦਾ ਜਾਂ 20,000 ਚਾਹੀਦਾ ਜਾਂ ਲੱਖ ਚਾਹੀਦਾ, ਅਸੀਂ ਫੌਰਨ ਦੇ ਦਿੰਦੇ ਯਾਰ, ਚਲੋ ਕਿੱਥੋਂ ਲਊਗਾ? ਕਿਸੇ ਨੇ ਕਿਸਾਨ ਕਿੱਥੋਂ ਲਊਗਾ ਫਿਰ? ਕਿਉਂਕਿ ਇਹ ਤਾਂ ਸਿਸਟਮ ਚੱਲਦਾ ਕਿ ਪਹਿਲਾਂ ਤੁਸੀਂ ਪੈਸੇ ਕਈ ਵਾਰੀ ਦੇ ਦਿੰਦੇ ਹੋ, ਜਦੋਂ ਫਸਲ ਆਉਂਦੀ ਉਦੋਂ ਕੱਟੇ ਜਾਂਦੇ ਨੇ, ਤਾਂ ਫਿਰ ਹੁਣ ਫਿਰ ਕਿੱਥੋਂ ਪ੍ਰਾਈਵੇਟ ਕੰਪਨੀ ਦਾ ਥੋੜੀ ਇਦਾਂ ਕਰ। ਸਾਨੂੰ ਵੀ ਨੁਕਸਾਨ ਹੈ ਨਾ। ਜ਼ਿਮੀਦਾਰ ਆੜਤੀ ਦੇ ਤੇ ਜ਼ਿਮੀਦਾਰ ਦਾ ਰਿਸ਼ਤਾ ਖਤਮ ਨਹੀਂ ਹੋ ਸਕਦਾ, ਬਿਲਕੁਲ ਨਹੀਂ ਹੋ ਸਕਦਾ। ਜ਼ਿਮੀਦਾਰ, ਅਸੀਂ ਜ਼ਿਮੀਦਾਰ ਦੇ ਸਿਰ ਤੇ ਹਾਂ, ਜ਼ਿਮੀਦਾਰ ਸਾਡੇ ਸਿਰ ਤੇ ਆ, ਠੀਕ ਹੈ ਨਾ। ਅੱਛਾ, ਇੱਕ ਗੱਲ ਇਹ ਵੀ ਹੈ ਕਿ ਹੁਣ ਇੱਕਦਮ ਇਹਨਾਂ ਨੇ ਕਾਨੂੰਨ ਪਾਸ ਕਰਤਾ ਆ, ਬਿੱਲ ਪਾਸ ਕਰਤਾ ਆ, ਤਾਂ ਹੁਣ ਤੁਸੀਂ ਪਹਿਲਾਂ ਜਿਹੜਾ ਪੈਸਾ ਪਿਛਲੇ ਸੀਜ਼ਨ ਦਾ ਮੈਨੂੰ ਲੱਗਦਾ ਕਿ ਲੱਖਾਂ ਕਰੋੜਾਂ ਰੁਪਏ ਕਿਸਾਨਾਂ ਨੂੰ ਦਿੱਤੇ ਹੋਣਗੇ, ਕਿ ਐਰਕੀ ਫਸਲ ਆਊਗੀ ਤੇ ਉਹ ਫਿਰ ਕਲੀਅਰ ਹੋ ਜਾਊਗਾ। ਕਿੰਨਾ ਕੁ ਪੈਸਾ ਵੰਡਿਆ ਐਰਕੀ? ਮੇਰੇ ਖਿਆਲ 1.5 ਕਰੋੜ ਤੋਂ ਉੱਤੇ ਹੀ ਹੈ ਇਸਨੇ। 1.5 ਕਰੋੜ ਰੁਪਇਆ ਐਡਵਾਂਸ 'ਚ ਗਿਆ ਹੋਇਆ। 60-65 ਲੱਖ ਰੁਪਏ ਜਿਹੜਾ ਕਿਤਾਬਾਂ 'ਚ ਪੱਕਿਆਂ 'ਚ ਖੜਾ ਹੈ, ਜਿਹਦੀ ਕਿ ਹੁਣ ਸਾਨੂੰ ਕੋਈ ਅੱਗੋਂ ਉਮੀਦ ਨਹੀਂ। ਕੋਈ ਚੰਗਾ ਜ਼ਿਮੀਦਾਰ ਕੋਈ ਫਸਲ ਲਿਆਊਗਾ ਤਾਂ ਅਸੀਂ ਕਿਸੇ ਕੋਲ ਲਾਵਾਂਗੇ, ਜਾਂ ਜ਼ਿਮੀਦਾਰ ਵੀ ਜੋ ਬਾਹਰੋਂ ਬਾਹਰ ਵੇਚ ਗਿਆ, ਕਿੰਨੇ ਸਾਨੂੰ ਦੇਣਾ? ਕਿਸੇ ਨੇ ਦੇਣਾ। ਦੇ ਵੀ ਦਊਗਾ ਚੰਗਾ ਜ਼ਿਮੀਦਾਰ, ਉਹ ਦੇ ਦਊਗਾ, ਨਹੀਂ ਤੇ ਬਾਕੀ ਨੇ ਕਹਿਣਾ ਵੀ ਸਾਨੂੰ ਕੀ ਲੋੜ ਹੈ ਦੇਣ ਦੀ। ਜੇ ਫਸਲ ਹੀ ਨਹੀਂ, ਅਸੀਂ ਫਸਲ 'ਚ ਕੱਟਣੇ ਆ, ਕੋਈ ਧੱਕਾ ਨਹੀਂ ਕਿਸੇ ਨਾਲ ਕਰਦੇ। ਜ਼ਿਮੀਦਾਰ ਆਉਂਦੇ ਜੀ ਆਹ ਮੇਰਾ ਪਿਛਲਾ ਕੱਟ ਲਓ, ਅੱਗੇ ਇੰਨੇ ਕੁ ਦੇ ਦਿਓ। ਜਦ ਪਿਛਲੇ ਪਤਾ ਵੀ ਇਹਨਾਂ ਕੱਟ ਲਿਆ, ਅੱਗੋਂ ਸਾਨੂੰ ਮਿਲਣੇ ਨਹੀਂ, ਤੇ ਫਿਰ ਉਹਨਾਂ ਨੇ ਆਪਣਾ ਕੰਮ ਤੇ ਚਲਾਉਣਾ ਜ਼ਿਮੀਦਾਰ ਨੇ, ਉਹਨੇ ਫਸਲ ਵੀ ਬੀਜਣੀ, ਉਹਨੂੰ ਠੇਕਾ ਵੀ ਦੇਣਾ। ਤੇ ਜੇ ਅਸੀਂ ਪਿਛਲੇ ਪੈਸੇ ਕੱਟ ਲਏ, ਅੱਗੋਂ ਉਹਨੂੰ ਨਹੀਂ ਦਿੱਤੇ, ਤਾਂ ਉਹ ਜ਼ਿਮੀਦਾਰ ਤੇ ਗਿਆ। ਇਸ ਕਰਕੇ ਉਹ ਕਿਸੇ ਨੇ ਸਾਨੂੰ ਫਸਲ ਨਹੀਂ ਵੇਚਣੀ, ਉਹਨੇ ਕਹਿਣਾ ਜੇ ਆੜਤੀ ਕੋਲ ਗਏ ਇਹਨੇ ਪੈਸੇ ਪਿਛਲੇ ਕੱਟ ਲੈਣੇ, ਅੱਗੋਂ ਸਾਨੂੰ ਮਿਲਣਾ ਨਹੀਂ, ਤੇ ਅਸੀਂ ਠੇਕਾ ਕਿੱਥੋਂ ਦੇਵਾਂਗੇ? ਹੁਣ ਇਹ ਵੀ ਸਿਸਟਮ ਸ਼ੁਰੂ ਹੋ ਜਾਣਾ ਨਾ, ਇੱਕ ਇਹ ਵੀ ਵੱਖਰਾ ਮੁੱਦਾ। ਜ਼ਿਮੀਦਾਰ ਤੋਂ 2 ਲੱਖ ਰੁਪਇਆ ਲੈਣਾ ਜਾਂ 3 ਲੱਖ ਲੈਣਾ ਜ਼ਿਮੀਦਾਰ ਤੋਂ, ਉਹ ਸਾਡੇ ਕੋਲ ਫਸਲ ਲੈ ਕੇ ਆਉਂਦਾ, ਕਹਿੰਦਾ ਸਰਦਾਰ ਜੀ 50,000 ਕੱਟ ਲਓ ਇਤਕੀ, ਤੇ ਅਸੀਂ ਦੇ ਦਿੰਦੇ ਹਾਂ। ਬਾਕੀ ਚਲੋ ਠੀਕ ਹੈ ਜੀ, 50,000 ਕੱਟ ਲਿਆ, ਬਾਕੀ ਦੇ ਤੇ ਉਹਨੂੰ, ਉਹਨੇ ਅੱਗੋਂ ਫਸਲ ਬੀਜਣੀ ਹੈ, ਉਹਨੇ ਖਾਦ ਵੀ ਚੁੱਕਣੀ ਹੈ, ਉਹਨੇ ਠੇਕਾ ਵੀ ਦੇਣਾ ਜ਼ਮੀਨ ਦਾ, ਠੀਕ ਹੈ। ਤੇ ਜੇ ਅਸੀਂ ਸਾਰੇ ਕੱਟ ਲਏ ਵੀ ਹੁਣ ਪਤਾ ਜੀ ਜ਼ਿਮੀਦਾਰ ਨੇ ਸਾਡੇ ਕੋਲ ਨਹੀਂ ਆਣਾ, ਕੱਟੋ ਇੱਕ ਵਾਰ ਸਾਰੇ, ਤੇ ਉਹ ਫਿਰ ਵਿਚਾਰਾ ਕਿੱਥੇ ਜਾਊਗਾ? ਕਿਸਾਨ ਵੀ ਡਰੂਗਾ ਨਾ ਤੁਹਾਡੇ ਤੋਂ ਆਉਣ ਲੱਗਿਆ। ਡਰੂਗਾ। ਅੱਛਾ, ਇੱਕ ਗੱਲ ਤਾਂ ਇਹ ਹੈ ਕਿ ਸਰਕਾਰ ਪਹਿਲਾਂ ਤਾਂ ਬਹੁਤ ਸੁਣਿਆ ਵੀ ਕਿਸਾਨਾਂ ਨਾਲ ਜ਼ਿਮੀਂਦਾਰਾਂ ਨਾਲ ਧੱਕਾ ਕਰਦੀ ਆਈ ਹੈ, ਤੇ ਤੁਹਾਡਾ ਤਾਂ ਸਿੱਧਾ ਸਰਕਾਰ ਦੇ ਨਾਲ ਰਾਬਤਾ ਹੁੰਦਾ ਵਾ, ਤੁਹਾਡਾ ਤਾਂ ਰਿਸ਼ਤਾ ਸਰਕਾਰ ਦੇ ਨਾਲ ਵੀ ਬਹੁਤ ਵਧੀਆ ਵਾ, ਸਰਕਾਰ ਤੁਹਾਡੇ ਨਾਲ ਕਿਉਂ ਧੱਕਾ ਕਰ ਰਹੀ ਹੈ? ਇਹ ਹੁਣ ਪਤਾ ਨਹੀਂ ਕੀ ਮਨਸ਼ਾ ਇਹਨਾਂ ਦੀ, ਵੀ ਕੀ ਚਾਹੁੰਦੇ ਆ, ਜਾਂ ਤੇ ਵੱਡੀਆਂ ਕੰਪਨੀਆਂ ਤੋਂ ਕੀ ਇਹਨਾਂ ਦਾ ਸਿਸਟਮ ਹੈਗਾ। ਦੇਖੋ ਵਿਚੋਲੀਏ ਖਤਮ ਹੋਣੇ, ਵਿਚੋਲੀਏ ਅਸੀਂ ਖਤਮ ਹੋਵਾਂਗੇ, ਵੱਡੇ ਵਿਚੋਲੀਏ ਆ ਜਾਣਗੇ। ਵੱਡੀਆਂ ਕੰਪਨੀਆਂ ਕਹਿੰਦੇ ਨਾ ਆਉਣਗੀਆਂ, ਤੇ ਵੱਡੀਆਂ ਕੰਪਨੀਆਂ ਨੇ ਧੱਕਾ ਹੀ ਕਰਨਾ। ਹੁਣ ਹਰਿਆਣੇ 'ਚ ਕੀ ਹੈ, ਯੂਪੀ 'ਚ ਕੀ ਹੋ ਰਿਹਾ, ਉੱਥੇ ਤੁਸੀਂ ਅੱਜ ਚਲੇ ਜਾਓ ਬਿਹਾਰ 'ਚ 800 ਰੁਪਏ ਮੱਕੀ ਲੈ ਲਓ, ਸੁੱਕੀ ਮੱਕੀ 800-900 ਰੁਪਏ ਵਿਕਦੀ ਉੱਥੇ, ਕਿਉਂ? ਉੱਥੇ MSP ਹੈ ਹੀ ਨਹੀਂ। ਤੁਹਾਨੂੰ ਲੱਗਦਾ ਕਿ ਮੱਕੀ ਵਾਲਾ ਹਾਲ ਹੋ ਜਾਊਗਾ ਕਣਕ ਝੋਨੇ ਦਾ ਵੀ? ਹਾਂ, ਚਲੋ ਕਣਕ ਦੀ ਤੇ ਕੋਈ ਟੈਨਸ਼ਨ ਨਹੀਂ, ਕਣਕ ਤੇ ਚਲੋ ਵਿਕ ਜਾਂਦੀ ਹੈ। ਝੋਨੇ ਦਾ ਹੁਣ ਇੰਨਾ ਝੋਨਾ ਕਿੱਥੇ ਵੇਚਣਗੇ ਜ਼ਿਮੀਦਾਰ? ਕਣਕ ਜ਼ਿਮੀਦਾਰ ਘਰ ਵੀ ਰੱਖ ਲਊਗਾ, ਸੰਭਾਲ ਲਊ, ਹੈ ਝੋਨਾ ਕਿੱਥੇ ਰੱਖੂਗਾ? ਅੱਛਾ, ਪ੍ਰਾਈਵੇਟ ਕੰਪਨੀਆਂ ਵੀ ਮੈਨੂੰ ਐ ਪਰਸਨਲੀ ਲੱਗਦਾ ਕਿ ਸਾਲ 2 ਸਾਲ ਖਰੀਦ ਲੈਣਗੀਆਂ, ਤੇ ਜਦੋਂ ਉਹਨਾਂ ਕੋਲ ਜਮਾ ਹੋ ਗਈ ਪੁਰਾਣੀ ਫਸਲ, ਤੇ ਫਿਰ ਉਹ ਨਵੀਂ ਤਾਂ ਲੈਣਗੇ ਨਹੀਂ, ਫਿਰ ਉਹ ਘਾਟੇ ਤੇ ਲੈਣਗੇ। ਘਾਟੇ ਤੇ ਲੈਣਗੇ। ਜ਼ਿਮੀਦਾਰ ਅੱਜ ਪਤਾ ਕਹਿੰਦੇ ਸੀ, ਕਹਿੰਦੇ ਜੀ ਅਸੀਂ ਆਪਣੇ ਖਾਣ ਜੋਗੀ ਬੀਜਾਂਗੇ, ਬਾਕੀ ਬੀਜਣੀ ਨਹੀਂ। ਆਹ ਕਹਿੰਦੇ ਹੁਣ ਕੀ ਕਰਨ, ਜਦ ਵਿਕਣੀ ਨਹੀਂ ਤੇ ਵੇਚਣੀ ਕਾਹਦੇ ਲਈ? ਕਿਸਾਨ ਦਾ ਇੱਕ ਹਿਸਾਬ ਨਾਲ ਖਤਮ ਹੀ ਕਰਤਾ ਕਿਸਾਨ। ਇਹ ਦੇਖੋ ਜੀ, ਗੌਰਮੈਂਟ ਨੂੰ ਹੱਲੇ ਵੀ ਸੋਚਣਾ ਚਾਹੀਦਾ ਵੀ ਇਹ ਵਿਚੋਲੀਏ ਨਾ ਕੱਢਣ। ਜਿੱਦਾਂ ਸਿਸਟਮ ਚੱਲਦਾ ਸੀ ਬੜਾ ਸੋਹਣਾ ਚੱਲੀ ਜਾਂਦਾ ਹੈ।
ਠੀਕ ਹੈ, ਜ਼ਿਮੀਦਾਰ ਜਿਹੜੇ ਸੁਸਾਈਡ ਕਰਦੇ ਆ ਉਹ ਇਸ ਕਰਕੇ ਨਹੀਂ ਕਰਦੇ ਵੀ ਆੜਤੀਆਂ ਨੇ ਪੈਸਾ ਦੇਣਾ ਜੀ, ਆੜਤੀਆਂ ਦਾ ਬੈਂਕਾਂ ਤੋਂ ਲੋਨ ਲਏ ਜੀ, ਮੁੰਡੇ ਬਾਹਰ ਭੇਜ ਦਿੱਤੇ, ਪੈਸਾ ਉਧਰ ਖਰਚ ਲਿਆ, ਹੁਣ ਦੇ ਨਹੀਂ ਹੁੰਦੇ, ਕਈ ਸੁਸਾਈਡ ਕਰਨ ਦੇ। ਆਪਣੇ ਦੁਆਬੇ 'ਚ ਕਿਸੇ ਨੇ ਸੁਸਾਈਡ ਕੀਤਾ? ਬਹੁਤ ਹੈ ਹੀ ਨਹੀਂ, ਕੋਈ ਰੇਅਰ ਹੋਊਗਾ। ਉਧਰ ਦੂਜੇ ਦੁਆਬੇ, ਆਪਣੇ ਦੁਆਬੇ 'ਚ ਸੁਣਿਆ ਹੀ ਨਹੀਂ ਕਦੇ। ਸੋ ਇਹ ਸਿਸਟਮ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਚੱਲ ਰਿਹਾ ਸੀ ਉਹ ਠੀਕ ਸਿਸਟਮ ਚੱਲ ਰਿਹਾ? ਹੁਣ ਜੇ ਆਊਗਾ ਤਾਂ ਨੁਕਸਾਨ ਸਰਕਾਰ ਨੂੰ ਵੀ ਆ, ਕਿਸਾਨ ਨੂੰ ਵੀ ਆ, ਤੇ ਤੁਹਾਨੂੰ ਵੀ। ਅੱਗੇ ਜ਼ਿਮੀਦਾਰ ਸੁਸਾਈਡ ਕਰ ਤੁਹਾਨੂੰ ਆੜਤੀ ਕਰਨਗੇ, ਗੱਲ ਤੇ ਉੱਥੇ ਆ ਗਈ। ਧੰਨਵਾਦ ਗੱਲਬਾਤ ਕਰ ਲਈ। ਸੋ ਇਹ ਨੇ ਜਲੰਧਰ ਦੇ ਵੱਡੇ ਆੜਤੀਏ ਜਗਜੀਤ ਸਿੰਘ, ਜਿਹੜੇ ਪਿਛਲੇ 50 ਸਾਲਾਂ ਤੋਂ ਆੜਤ ਦਾ ਕੰਮ ਕਰ ਰਹੇ ਨੇ, ਪਰ 1971 ਤੋਂ ਇਹ ਕੰਮ ਕਰ ਰਹੇ ਨੇ। ਪਰ ਹੁਣ ਇਹ ਗੱਲ ਕਹਿ ਰਹੇ ਨੇ ਕਿ ਪਹਿਲਾਂ ਕਿਸਾਨ ਖੁਦਕੁਸ਼ੀਆਂ ਕਰਦੇ ਸੀ, ਤਾਂ ਹੁਣ ਆੜਤੀਆਂ ਦੀ ਵਾਰੀ ਆ ਜੂਗੀ ਜੇਕਰ ਇਹ ਬਿੱਲ ਦੇ ਵਿੱਚ ਵਿਚੋਲਗਿਰੀ ਖਤਮ ਕਰ ਦਿੱਤੀ ਗਈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ। ਖੇਤੀ ਆਰਡੀਨੈਂਸ ਦੇ ਵਿੱਚ ਸਰਕਾਰ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਦੇਸ਼ ਇੱਕ ਮੰਡੀ ਬਣਾ ਦਿੱਤੀ ਜਾਵੇਗੀ, ਜਿਸ ਦੇ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਕਿਸਾਨ ਕਿਤੇ ਵੀ ਫਸਲ ਆਪਣੀ ਵੇਚ ਸਕਦਾ ਹੈ ਅਤੇ ਪ੍ਰਾਈਵੇਟ ਕੰਪਨੀਆਂ ਸਿੱਧੀ ਹੀ ਉਹਨਾਂ ਦੀ ਫਸਲ ਖਰੀਦ ਸਕਦੇ ਨੇ। ਪਰ ਇਸ ਸਭ ਦੇ ਵਿੱਚ ਕਿਸਾਨ ਅਤੇ ਆੜਤੀਏ ਦਾ ਰਿਸ਼ਤਾ ਬਹੁਤ ਗੂੜਾ ਹੁੰਦਾ ਆ। ਪਿਛਲੇ ਲੰਬੇ ਸਮੇਂ ਤੋਂ ਕਿਸਾਨ ਆੜਤੀਏ ਦੇ ਦੁਆਰਾ ਹੀ ਆਪਣੀ ਫਸਲ ਵੇਚਦਾ ਹੈ। ਪਰ ਆੜਤੀਏ ਦਾ ਰੋਲ ਕੀ ਹੋਵੇਗਾ ਇਸ ਖੇਤੀ ਆਰਡੀਨੈਂਸ ਤੋਂ ਬਾਅਦ? ਕਿਉਂਕਿ ਇਸ ਵੱਡੇ ਇੱਕ ਬਿੱਲ ਦੇ ਨਾਲ ਆੜਤੀਏ ਨੂੰ ਵੀ ਬਹੁਤ ਵੱਡਾ ਨੁਕਸਾਨ ਹੋਵੇਗਾ। ਮੇਰੇ ਨਾਲ ਜਲੰਧਰ ਸ਼ਹਿਰ ਦੇ ਵੱਡੇ ਆੜਤੀਏ ਜਗਜੀਤ ਸਿੰਘ ਹੋਣੀ ਬੈਠੇ ਨੇ। ਇਹਨਾਂ ਨੇ ਪਿਛਲੇ 50 ਸਾਲਾਂ ਤੋਂ ਇਸ ਜਲੰਧਰ ਦੇ ਵਿੱਚ ਆੜਤੀ ਦਾ